ਵੀਰੋ ਤੇ ਦਰਸ਼ਕੋ, ਅੱਜ ਅਸੀਂ ਫੇਰ ਖੇਤੀ ਖੋਜ ਤਕਨੀਕਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਮੈਂ ਇੰਜੀਨੀਅਰ ਰਣਬੀਰ ਸਿੰਘ ਰੰਧਾਵਾ, YouTube ਚੈਨਲ। ਅੱਜ ਅਸੀਂ ਝੋਨੇ ਦੇ ਬਾਸਮਤੀ ਦਾ ਜੋ ਮਸ਼ੀਨੀਕਰਨ ਹੈ, ਇਹਦੇ ਸੰਬੰਧ ਵਿੱਚ ਗੱਲ ਕਰਾਂਗੇ। ਜਿਵੇਂ ਪਿਛਲੇ ਸਮੇਂ ਤੋਂ ਹੀ 5-7 ਸਾਲ ਤੋਂ ਜੋ ਖੇਤੀਬਾੜੀ ਵਿਭਾਗ ਪੰਜਾਬ ਤੇ ਖੇਤੀਬਾੜੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਬਹੁਤ ਜ਼ੋਰਦਾਰ ਉਪਰਾਲੇ ਕੀਤੇ ਜਾ ਰਹੇ ਸਨ, ਕਿਉਂਕਿ ਜਿਵੇਂ ਸਾਨੂੰ ਪਤਾ ਹੀ ਹੈ ਕਿ ਜਿਹੜੀ ਸਾਨੂੰ ਪ੍ਰਵਾਸੀ ਲੇਬਰ ਹੈ, ਇਹਦੀ ਆਮਦ ਦੀ ਬਹੁਤ ਵੱਡੀ ਕਮੀ ਆ ਚੁੱਕੀ ਹੈ। ਬਹੁਤ ਘੱਟ ਲੇਬਰ, ਇਹ ਲੇਬਰ ਜਿਹੜੀ ਆ ਇਹ ਸਾਨੂੰ ਜਦੋਂ ਅਸੀਂ ਹੱਥ ਨਾਲ ਝੋਨਾ ਆਮ ਰਵਾਇਤੀ ਤੌਰ 'ਤੇ ਲਗਾਉਂਦੇ ਹਾਂ ਤਾਂ ਕਾਫੀ ਮਹਿੰਗੀ ਪੈਂਦੀ ਹੈ। ਸੋ ਹੁਣ ਜਦੋਂ ਮਸ਼ੀਨਾਂ ਜਿਹੜੀਆਂ ਨਵੀਆਂ ਨਵੀਆਂ ਤੇ ਖੋਜਾਂ ਹੋ ਚੁੱਕੀਆਂ ਨੇ, ਜਿਵੇਂ ਆਪਾਂ ਝੋਨੇ ਦੀ ਸਿੱਧੀ ਬਿਜਾਈ ਜਾਂ ਝੋਨੇ ਦੀ ਲਵਾਈ ਪੈਡੀ ਟਰਾਂਸਪਲਾਂਟਰ ਰਾਹੀਂ, ਔਰ ਇਹਨਾਂ ਮਸ਼ੀਨਾਂ ਰਾਹੀਂ ਅਸੀਂ ਝੋਨੇ ਦੀ ਜਾਂ ਬਿਜਾਈ ਕਰ ਸਕਦੇ ਹਾਂ ਜਾਂ ਮਸ਼ੀਨਾਂ ਰਾਹੀਂ ਝੋਨੇ ਦੀ ਲਵਾਈ ਕਰ ਸਕਦੇ ਹਾਂ। ਸੋ ਸਭ ਤੋਂ ਪਹਿਲਾਂ ਅਸੀਂ ਝੋਨੇ ਦੀ ਸਿੱਧੀ ਬਿਜਾਈ ਦੀ ਅੱਜ ਗੱਲ ਕਰ ਰਿਹਾ ਮੈਂ ਇਸ ਵੀਡੀਓ ਦੇ ਵਿੱਚ। ਸੋ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਜੋ ਪਿਛਲੇ 5-7 ਸਾਲਾਂ ਦੀ ਮੈਂ ਗੱਲ ਕੀਤੀ ਸੀਗੀ, ਉਹਦੇ ਵਿੱਚ ਬਹੁਤ ਜ਼ੋਰਦਾਰ ਉਪਰਾਲੇ ਖੇਤੀ ਮਾਹਿਰਾਂ ਵੱਲੋਂ, ਖੇਤੀ ਇੰਜੀਨੀਅਰ ਵੱਲੋਂ, ਮੈਨੂਫੈਕਚਰ ਵੱਲੋਂ ਕੀਤੇ ਗਏ ਸੀ। ਪਰ ਜਿਹੜਾ 2 ਸਾਲ ਆ ਜਿਹੜੇ 2020 ਤੇ 2021 ਜਿਹੜਾ ਹੋਣ ਵਾਲਾ ਸਾਲ ਆ, ਇਹਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਬੜੀਆਂ ਵਧੀਆ ਵਿਧੀਆਂ ਦੇ ਨਾਲ ਜਿਹੜੀਆਂ ਅੱਛੀਆਂ ਮਸ਼ੀਨਾਂ, ਜਿਸ ਤਰ੍ਹਾਂ ਕਿ DSR ਡਰਿਲਸ ਦੇ ਵਿੱਚ ਹੋਰ ਸੋਧ ਕਰਕੇ, ਜਿਸ ਤਰ੍ਹਾਂ ਲੱਕੀ ਡਰਿਲ ਵੀ ਜਿਹੜੀ ਸੀਗੀ ਸਪਰੇਅ ਸਿਸਟਮ ਲਗਾ ਕੇ, ਜਿਹੜਾ ਨਦੀਨ ਨਾਸ਼ਕ ਦਵਾਈਆਂ ਦਾ ਜਿਹੜਾ ਪਹਿਲਾਂ ਸਪਰੇਅ ਕਰਨਾ ਦਾ ਉੱਗਣ ਤੋਂ ਪਹਿਲਾਂ, ਸੋ ਉਹ ਸਪਰੇਅ ਸਿਸਟਮ ਲਗਾ ਕੇ ਤੇ ਉਹਦੇ ਲਈ 200 ਲੀਟਰ ਦਾ ਡਰਮ ਜਿਹੜਾ ਖੇਤੀ ਮਾਹਿਰਾਂ ਅਨੁਸਾਰ ਕਿ ਉਹ ਜਿਹੜੀ ਸਾਨੂੰ ਨਦੀਨ ਨਾਸ਼ਕ ਦਵਾਈ ਆ 200 ਲੀਟਰ ਪਾਣੀ ਦੇ ਵਿੱਚ ਘੋਲ ਕੇ ਜਿਹੜਾ ਉਹ ਸਪਰੇਅ ਕਰਨਾ ਹੁੰਦਾ ਨਾਲ। ਸੋ ਉਹ ਤਿਆਰ ਕੀਤੀਆਂ ਗਈਆਂ। ਲੱਕੀ ਡਰਿਲ ਵੀ ਬੜਾ ਅੱਛਾ ਉਹਨੇ ਕੰਮ ਕੀਤਾ। ਉਹਦੇ ਨਾਲ ਵੀ ਅਸੀਂ ਕਾਫੀ ਵੱਡੇ ਪੱਧਰ 'ਤੇ ਜਿਹੜੀ ਆ ਉਹ ਝੋਨੇ ਬਾਸਮਤੀ ਬਿਜਾਈ ਕੀਤੀ ਆ। ਸੋ ਇਸ ਤੋਂ ਅੱਗੇ ਜਾ ਕੇ ਇੱਕ ਹੋਰ ਖੋਜ ਕੀਤੀ ਹੈ ਮੈਨੂਫੈਕਚਰ ਜਿੱਥੇ ਪੰਜਾਬ ਦੇ ਹੋਰ ਵੀ ਕਾਫੀ ਵਧੀਆ ਕੰਮ ਕਰ ਰਹੇ ਨੇ। ਸੋ ਇਹ ਰਮਦਾਸ ਦੇ ਉੱਥੋਂ ਅਸੀਂ ਇੱਕ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀ ਆ ਇਸੇ ਤਰੀਕੇ ਨਾਲ DSR ਮਲਟੀ ਕਰੋਪ ਪਲਾਂਟਰ, ਜਿਹੜਾ ਇਸੇ ਵਿਧੀ ਨਾਲ ਝੋਨੇ ਦੀ ਸਿੱਧੀ ਬਿਜਾਈ ਵਾਲਾ ਇਨਕਲਾਈਨ ਪਲੇਟ ਲਗਾ ਕੇ ਔਰ ਉਸੇ ਤਰ੍ਹਾਂ ਹੀ ਉਹ ਵਿਧੀ ਬਣਾ ਕੇ ਸਾਰੀ ਉਹਦੀ ਸਪਰੇਅ ਸਿਸਟਮ ਵੀ ਤੇ ਨਦੀਨ ਨਾਸ਼ਕ ਦਵਾਈਆਂ ਦਾ ਜੋ ਪ੍ਰੀ ਐਮਰਜੈਂਸ ਜਿਹੜੀਆਂ ਦਵਾਈਆਂ ਜਿਹੜੀਆਂ ਨਦੀਨ ਨਾਸ਼ਕ ਪਾਉਣ ਲਈ ਉਹਦਾ ਵੀ 200 ਲੀਟਰ ਦਾ ਉਹਦੇ ਵਿੱਚ ਅਟੈਚਮੈਂਟ ਲਗਾ ਕੇ। ਤੇ ਤੀਸਰੀ ਗੱਲ ਜਿਹੜੀ ਉਹਦੇ 'ਚ ਕੀਤੀ ਹੈ ਕਿ ਉਹਦੇ ਲਈ ਅਸੀਂ ਜਦੋਂ ਝੋਨੇ ਦੀ ਜਾਂ ਬਾਸਮਤੀ ਦੀ ਬਿਜਾਈ ਕਰਦੇ ਹਾਂ ਤੇ ਸਿਆੜ ਬੰਦ ਕਰਨ ਵਾਲਾ ਜੋ ਸਿਸਟਮ ਹੈ FCR ਫਰੋ ਕਲੋਜ਼ ਰੋਲਰ ਸਿਸਟਮ ਜਿਹੜਾ ਉਹ ਲਗਾਇਆ ਗਿਆ, ਕਿਉਂਕਿ ਖੇਤੀ ਮਾਹਿਰ ਜਿਹੜੇ ਆ ਇਹ ਯੂਨੀਵਰਸਿਟੀ ਲੁਧਿਆਣਾ ਤੋਂ ਜੋ ਦੱਸਦੇ ਨੇ ਕਿ ਝੋਨੇ ਦੀ ਬਿਜਾਈ ਜਾਂ ਬਾਸਮਤੀ ਦੀ ਬਿਜਾਈ ਜਿਹੜੀ ਆ ਉਹ ਸਿੱਧੀ ਜਿਹੜੀ ਆ ਉਹ ਲੇਜ਼ਰ ਲੈਵਲ ਕੀਤੇ ਗਏ ਖੇਤਾਂ ਦੇ ਵਿੱਚ ਔਰ ਵੱਤਰ ਬਣਾ ਕੇ ਚੰਗੀ ਤਰ੍ਹਾਂ ਵਾਹ ਕੇ ਬਣਾ ਕੇ ਉਹ ਸੁਹਾਗੇ ਘੁੱਟ ਕੇ ਮਾਰ ਕੇ ਉਹਦੇ ਵਿੱਚ ਕਰਨੀ ਚਾਹੀਦੀ ਆ। ਇਸ ਤੋਂ ਪਹਿਲਾਂ ਸਾਨੂੰ ਖੇਤਾਂ ਦੀ ਤਿਆਰੀ ਵੀ ਕਿਸਾਨ ਵੀਰੋ ਬਹੁਤ ਹੀ ਵਧੀਆ ਤਰੀਕੇ ਨਾਲ ਕਰਨੀ ਚਾਹੀਦੀ ਹੈ। ਜਦੋਂ ਲੇਜ਼ਰ ਲੈਵਲ ਖੇਤ ਹੋ ਜਾਂਦੇ ਉਸ ਤੋਂ ਬਾਅਦ ਸਾਨੂੰ 2-3 ਰੌਣੀਆਂ ਲਾ ਕੇ ਉਹਦੇ ਵਿੱਚੋਂ ਜਿੰਨਾ ਨਦੀਨ ਆ, ਕਾਖਾ ਜਾਂ ਹੋਰ ਕੁਛ ਛੋਟਾ ਮੋਟਾ ਜਿਹੜਾ ਪੁਰਾਣਾ ਜਾਂ ਚੋਭਾ ਵਾ ਉਹ ਸਾਰਾ ਉੱਗ ਜਾਂਦਾ ਹੈ। ਤੇ ਉਹਨੂੰ 2-3 ਵਾਰੀ ਵਾਹੀਆਂ ਕਰਕੇ ਉਸ ਤੋਂ ਬਾਅਦ ਉਹਨੂੰ ਚੰਗੀ ਤਰ੍ਹਾਂ ਸੁਹਾਗਾ ਲਾ ਕੇ ਤੇ ਉਹਦਾ ਬਣਾ ਕੇ ਉਹਦੀ ਆਪਣਾ ਕੇਰਨ ਦੀ ਜਿਹੜੀ ਆਪਾਂ ਵਿਧੀ ਤਿਆਰ ਕਰ ਲੈਂਦੇ ਹਾਂ। ਸੋ ਇਸੇ ਤਰ੍ਹਾਂ ਸਾਡੇ ਕੋਲ ਜਿਹੜੀਆਂ ਮਸ਼ੀਨਾਂ ਨੇ, ਹੁਣ ਜਿਸ ਤਰ੍ਹਾਂ ਮੈਂ ਦੱਸਿਆ ਕਿ ਕਾਫੀ ਤਰ੍ਹਾਂ ਦੇ ਸਾਡੇ ਕੋਲ DSR ਵਿਧੀਆਂ ਜਿਹੜੀਆਂ ਤਕਨੀਕਾਂ ਨੇ ਉਹ ਮੁਹੱਈਆ ਹੋ ਗਈਆਂ, ਪਰ ਜਿਹੜੀਆਂ ਸਮੇਂ ਹੁਣ ਬਹੁਤ ਹੀ ਵਧੀਆ ਇਸ ਸਮੇਂ ਦੇ ਵਿੱਚ ਕੰਮ ਕਰ ਰਹੀਆਂ ਨੇ ਔਰ ਬੜੀਆਂ ਕਾਰਗਰ ਸਾਬਤ ਹੋਈਆਂ ਨੇ, ਜਿਹਦੇ ਵਿੱਚ ਅਸੀਂ ਝੋਨੇ ਦੀ ਪੂਰੀ ਜਰਮੀਨੇਸ਼ਨ ਵੀ ਤਰੀਕੇ ਦੇ ਨਾਲ ਉਹਦੀ ਜਿੰਨਾ ਵੀ ਜਮਾ ਵਧੀਆ ਹੁੰਦਾ ਹੈ। ਉਸ ਤੋਂ ਬਾਅਦ ਕਰੌਪ ਸਟੈਂਡ ਜੋ ਦੇਖ ਰਹੇ ਹਾਂ, ਜੋ ਕੰਡੀਸ਼ਨਸ ਦੇਖ ਰਹੇ ਹਾਂ ਟਾਈਮ ਬਾਈ ਟਾਈਮ, ਜਦੋਂ ਕਿ ਹੁਣ ਅਸੀਂ 20 ਮਈ ਤੋਂ ਬਾਅਦ ਜਿਹੜੇ ਸੀਗੇ ਝੋਨੇ ਦੀ ਬਿਜਾਈ ਜਿਹੜੀ ਸੀ ਇਸ ਏਰੀਏ ਜਿਸ ਤਰ੍ਹਾਂ ਰਮਦਾਸ ਆ, ਅਜਨਾਲਾ ਬਲਾਕ ਆ, ਅੰਮ੍ਰਿਤਸਰ ਦਾ ਕਾਫੀ ਇਲਾਕਾ, ਤਰਨਤਾਰਨ ਦਾ ਇਲਾਕਾ, ਇਸ ਤਰ੍ਹਾਂ ਡੇਰਾ ਬਾਬਾ ਨਾਨਕ, ਬਟਾਲੇ ਤੱਕ, ਫਤਿਹਗੜ੍ਹ ਚੂੜੀਆਂ ਦਾ ਇਲਾਕਾ ਸਾ ਇੱਥੇ ਬਿਜਾਈ ਕੀਤੀ ਸ਼ੁਰੂ ਹੋ ਗਈ ਸੀਗੀ। ਸੋ ਉਹਦੇ ਲਈ ਅਸੀਂ ਜੋ ਹੁਣ ਜੋ ਪਲਾਟ ਆ, ਜੋ ਫੀਲਡ ਕੰਡੀਸ਼ਨ ਦੇਖ ਰਹੇ ਹਾਂ, ਜੋ ਕਰੌਪ ਸਟੈਂਡ ਆ, ਉਹਦਾ ਨਾਲ ਦੇਖ ਕੇ ਸਾਨੂੰ ਬਹੁਤ ਹੀ ਇੱਕ ਤਸੱਲੀ ਜਿਹੀ ਨਜ਼ਰ ਆ ਰਹੀ ਹੈ ਕਿ ਇਹ ਵਿਧੀ ਜਿਹੜੀ ਆ FCR ਜਿਹੜੀ ਆ ਫਰੋ ਕਲੋਜ਼ ਰੋਲਰ ਲਾ ਕੇ ਸਪਰੇਅ ਸਿਸਟਮ ਲਗਾ ਕੇ ਜਿਹੜੇ ਨਾਲ ਝੋਨੇ ਦੀ ਤਾਂ ਬਾਸਮਤੀ ਸਿੱਧੀ ਬਿਜਾਈ ਕੀਤੀ ਗਈ ਸੀ। ਜਿਵੇਂ ਉਹਦੇ ਵਿੱਚ ਅਸੀਂ ਹੈਪੀ ਸੀਡਰ ਮਸ਼ੀਨਾਂ ਵੀ ਵਰਤੀਆਂ ਸੀਗੀਆਂ। ਹੈਪੀ ਸੀਡਰ ਮਸ਼ੀਨ ਦੇ ਵਿੱਚ ਵੀ ਇਹ ਸੇਮ ਸਿਸਟਮ ਲਗਾ ਕੇ DSR ਅਤੇ ਨਾਲ ਡਰਮ ਜਿਹੜਾ ਘੋਲ ਸੀਗਾ 200 ਲੀਟਰ ਦਾ ਅਤੇ ਨਾਲ ਉਹਦੇ ਫਰੋ ਕਲੋਜ਼ ਰੋਲਰ ਇਹ ਵੀ ਲਗਾ ਕੇ ਅਸੀਂ ਪੂਰੀ ਤਰ੍ਹਾਂ ਉਹਨੂੰ ਮੋਡੀਫਾਈਡ ਹੈਪੀ ਸੀਡਰ ਬਣਾ ਕੇ DSR ਵਿਦ ਮਲਟੀ ਕਰੋਪ ਹੈਪੀ ਸੀਡਰ ਬਣਾ ਕੇ ਉਹਦੀ ਨਾਲ ਵੀ ਬਿਜਾਈ ਕੀਤੀ ਸੀ। ਸੋ ਇਹ ਤਕਨੀਕਾਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਕਾਰਗਰ ਅਤੇ ਵਧੀਆ ਸਾਬਤ ਹੋ ਰਹੀਆਂ ਨੇ। ਉਹਦੇ ਵਿੱਚ ਵੀ ਸਾਨੂੰ ਜਿਹੜੀਆਂ ਨਦੀਨ ਨਾਸ਼ਕ ਦਵਾਈਆਂ ਦਾ ਸਪਰੇਅ ਜਿਵੇਂ ਜਿਵੇਂ ਕਰਨਾ ਵਾ, ਜਿਵੇਂ ਜਿਵੇਂ ਜਿਹੜਾ ਉਹ ਕਰਨਾ ਬਣਦਾ ਹੈ। ਸੋ ਇਸ ਤਰ੍ਹਾਂ ਜਦੋਂ ਚੌੜੇ ਪੱਤਿਆਂ ਵਾਲੀਆਂ ਜਾਂ ਮੋਥੇ ਦੀਆਂ ਜਾਂ ਮਧਾਣਾ ਘਾਹ ਵਾ, ਉਹਦੇ ਲਈ ਵੀ ਵੱਖ-ਵੱਖ ਤਰ੍ਹਾਂ ਜਿਹੜੀਆਂ ਨਦੀਨ ਨਾਸ਼ਕ ਦਵਾਈਆਂ ਸਾਡੇ ਕੋਲ ਤਾਂ ਰਾਈਸ ਸਟਾਰ ਆ, ਐਲਮਿਕਸ ਆ। ਸੋ ਇਹ ਚੀਜ਼ਾਂ ਦਾ ਅਸੀਂ ਜਿਹੜਾ ਨਦੀਨ ਨਾਸ਼ਕ ਦਵਾਈਆਂ ਦਾ ਸਪਰੇਅ ਕਰ ਸਕਦੇ ਹਾਂ ਅਤੇ ਇਹਨਾਂ ਨੂੰ
ਅਸੀਂ ਜਿਹੜਾ 2 ਜਾਂ 3 ਪੱਤੀ 4 ਪੱਤੀਆਂ ਇਹਨੂੰ ਬੜੇ ਆਰਾਮ ਨਾਲ ਵਿੱਚ ਇਹਨਾਂ ਦਾ ਕੰਟਰੋਲ ਜਿਹੜਾ ਉਹ ਕਰ ਸਕਦੇ ਹਾਂ। ਸੋ ਕਿਸਾਨ ਵੀਰੋ, ਇਸ ਤਰ੍ਹਾਂ ਦੀਆਂ ਖਾਦਾਂ ਦੀ ਜਿਹੜੀ ਗੱਲਬਾਤ ਸੀਗੀ ਉਹ ਵੀ ਪਿਛਲੀ ਵੀਡੀਓ ਦੇ ਵਿੱਚ ਵੀ ਮੈਂ ਕੀਤੀ ਸੀ, ਰਿਪੀਟ ਕਰ ਦਿੰਦਾ ਕਿ ਖਾਦਾਂ ਜਦੋਂ ਅਸੀਂ ਇਹਦੇ ਵਿੱਚ ਸਾਨੂੰ ਸਭ ਤੋਂ ਪਹਿਲਾਂ ਤੇ ਜਦੋਂ ਅਸੀਂ ਝੋਨੇ ਦੀ ਜਿਹੜੀ ਬਿਜਾਈ ਕਰ ਲੈਂਦੇ ਹਾਂ, ਸਾਨੂੰ ਇਹ ਤੋਂ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਪਾਣੀ ਲਗਾਉਣ ਤੋਂ ਬਾਅਦ ਕਿ ਇਹਨੂੰ ਕਿਤੇ ਜਿੰਕ ਦੀ ਘਾਟ ਜਾਂ ਲੋਹੇ ਦੀ ਘਾਟ ਤਾਂ ਨਹੀਂ ਆ ਰਹੀ। ਸੋ ਜਦੋਂ ਜਿੰਕ ਦੀ ਘਾਟ ਤੁਹਾਨੂੰ ਮਹਿਸੂਸ ਹੁੰਦੀ ਹੈ, ਜਿਹੜਾ ਕਿ ਅੰਦਰਲੀ ਜਿਹੜੀ ਨਾੜ ਆ ਪੱਤੇ ਦੀ, ਜਦੋਂ ਉੱਤੋਂ ਜੰਗਾਲਾ ਜਾਂ ਪਾਣੀ ਸ਼ੁਰੂ ਹੁੰਦਾ ਵਾ ਤੇ ਪੱਤੇ ਦੀ ਬਾਹਰ ਨੂੰ ਆਉਂਦੀ ਹੈ, ਤੇ ਉਦੋਂ ਸਾਨੂੰ ਉਹ ਜਿੰਕ ਦੀ ਘਾਟ ਜਿਹੜੀ ਉਹ ਲੱਗਦੀ ਆ। ਸਾਨੂੰ ਉਹਦੇ ਵਿੱਚ ਜਿਹੜੀ ਆ ਉਹ 25 ਕਿਲੋ ਜਿਹੜੀ ਆ ਜਿੰਕ, 21% ਜਿਹੜੀ ਜਿੰਕ ਆ ਉਹ ਪਾ ਲੈਣੀ ਹੈ, ਜਾਂ 16 ਕਿਲੋ ਜਿਹੜੀ ਜਿੰਕ ਆ ਉਹ ਜਿਹੜੀ 33% ਜਿੰਕ ਵਾ ਉਹ ਦੇ ਹਿਸਾਬ ਨਾਲ ਸਾਨੂੰ ਉਹਦਾ ਜਿਹੜਾ ਵਾ ਉਪਯੋਗ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਹੀ ਕਿਸਾਨ ਵੀਰੋ, ਜੇ ਕਿਤੇ ਲੋਹੇ ਦੀ ਘਾਟ ਆ ਜਾਂਦੀ ਹੈ ਤੇ ਲੋਹੇ ਦੀ ਘਾਟ ਲਈ ਤੁਸੀਂ ਫੈਰਸ ਸਲਫੇਟ ਜਿਹੜਾ ਵਾ ਉਹ ਤੁਸੀਂ ਤਕਰੀਬਨ ਅੱਧਾ ਕਿਲੋ ਤੋਂ ਲੈ ਕੇ 1 ਕਿਲੋ ਤੱਕ ਤੁਸੀਂ ਉਹਦੀ ਵਰਤੋਂ ਕਰ ਸਕਦੇ ਹੋ। ਘੋਲ 100 ਲੀਟਰ ਦਾ ਬਣਾ ਕੇ 2 ਜਾਂ 3 ਤਰ੍ਹਾਂ ਵਾਰੀ ਉਹਨੂੰ ਤੁਸੀਂ ਜਿਹੜਾ ਬਾਰ-ਬਾਰ ਸਪਰੇਅ ਕਰਨ ਦੇ ਨਾਲ ਜਿਹੜਾ ਲੋਹੇ ਦੀ ਘਾਟ ਆ ਉਹ ਵੀ ਪੂਰੀ ਕਰ ਸਕਦੇ ਹਾਂ। ਲੋਹੇ ਦੀ ਘਾਟ ਉਦੋਂ ਆਉਂਦੀ ਆ ਜਦੋਂ ਆਪਣਾ ਅਸੀਂ ਥੋੜ੍ਹੀਆਂ ਜਿਹੀਆਂ ਜ਼ਮੀਨਾਂ ਦੇ ਵਿੱਚ ਰੇਤਲਾਪਨ ਹੁੰਦਾ। ਸੋ ਨਾਲ ਹੀ ਚਲੋ ਥੋੜ੍ਹਾ ਜਿਹਾ ਉਹਦੇ ਵਿੱਚ ਜਦੋਂ ਨਵੇਂ ਪੱਤੇ ਨਿਕਲਦੇ ਆ, ਪੀਲਾਪਨ ਨਜ਼ਰ ਆਉਂਦਾ ਹੈ, ਸੋ ਉਦੋਂ ਸਾਨੂੰ ਸਪਰੇਅ ਕਰਨੀ ਚਾਹੀਦੀ ਹੈ। ਸੋ ਇਹ ਜੋ ਇਹਨਾਂ ਤੋਂ ਇਲਾਵਾ ਜਿਹੜੀ ਅਸੀਂ ਯੂਰੀਆ ਜਾਂ ਨਾਈਟ੍ਰੋਜਨ ਜਿਹੜੀ ਆ ਖਾਦ ਦੇਣੀ ਆ, ਉਹਦੀਆਂ ਬਰਾਬਰ 3 ਕਿਸ਼ਤਾਂ ਕਰ ਲਓ। 28 ਤੋਂ 30 ਦਿਨ ਦੇ ਵਿੱਚ ਪਹਿਲੀ ਜਿਹੜੀ ਆ ਖਾਦ ਦੀ ਇੱਕ ਕਿਸ਼ਤ ਜਿਹੜੀ ਆ ਉਹ ਪਾ ਦਿਓ। ਜੇ ਅਸੀਂ 2-2.5 ਬੋਰੇ ਦੇ ਵਿੱਚ ਅਸੀਂ ਜਿੱਥੇ ਵੀ ਜਿੰਨੀ ਵੀ ਖਾਦ ਪਾਉਣੀ ਚਾਹੁੰਦੇ ਹਾਂ, 25 ਤੋਂ ਲੈ ਕੇ 40 ਕਿਲੋ ਦੇ ਵਿੱਚ ਤੁਸੀਂ ਪਹਿਲੀ ਜਿਹੜੀ ਖਾਦ ਜਿਹੜੀ ਆ ਉਹ 28 ਤੋਂ 30 ਦਿਨ ਦੇ ਵਿੱਚ ਪਾ ਦਿਓ। ਫਿਰ 2 ਹਫ਼ਤੇ ਬਾਅਦ ਫਿਰ ਤੁਸੀਂ ਜਿਹੜੀ ਖਾਦ ਆ ਉਹਦੀ ਦੂਸਰੀ ਕਿਸ਼ਤ ਪਾਓ, ਤੇ ਫਿਰ ਦੇਖ ਕੇ ਲਾਸਟ ਜਿਹੜੀ ਕਿਸ਼ਤ ਆ 8ਵੇਂ ਤੇ 9ਵੇਂ ਹਫ਼ਤੇ ਦੇ ਵਿੱਚ ਪੱਤਾ ਰੰਗ ਚਾਰਟ ਜਿਹੜਾ ਵਾ ਉਹਦੇ ਮੁਤਾਬਕ ਉਹਦੇ ਨਾਲ ਤੁਸੀਂ ਉਹਦਾ ਕੰਪੈਰੀਜ਼ਨ ਕਰਕੇ ਉਹਦੇ ਨਾਲ ਮੈਚ ਕਰਕੇ ਤੁਸੀਂ ਉਹਦੀ ਆ ਦੁਬਾਰਾ ਜਿਹੜੀ ਖਾਦ ਜਿੰਨੀ ਲੋੜੀਂਦੀ ਆ ਉਹ ਪਾਓ। ਸੋ ਕਿਸਾਨ ਵੀਰੋ, ਜਿਹੜਾ ਅੱਜ ਤੁਹਾਨੂੰ ਝੋਨੇ ਦੀ ਸਿੱਧੀ ਬਿਜਾਈ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜੋ ਕ੍ਰੌਪ ਸਟੈਂਡ ਆ, ਜਿਵੇਂ ਦਾ ਉਹਦੇ ਅਖੀਰ ਤੱਕ ਜਿਵੇਂ ਝਾੜ ਨਿਕਲਣਗੇ ਜਾਂ ਕਿਸਾਨਾਂ ਦੀ ਜੋ ਤਸੱਲੀ ਆ, ਉਹ ਕਿਸਾਨਾਂ ਦੀ ਵਾਇਸ, ਫਾਰਮਰਸ ਵਾਇਸ ਤੁਹਾਨੂੰ ਉਹਦੇ ਲਈ ਤੁਹਾਨੂੰ ਮੈਂ ਇਹਨਾਂ ਵੀਡੀਓ ਦੇ ਵਿੱਚ ਅੱਗੇ ਵੀ ਤੁਹਾਨੂੰ ਦੱਸਦੇ ਰਹਾਂਗੇ। ਸੋ ਇਹ ਅੱਜ ਸੀਗੀ ਝੋਨੇ ਦੀ ਸਿੱਧੀ ਬਿਜਾਈ, ਜੋ ਹੁਣ ਸਮੇਂ ਦੀ ਲੋੜ ਆ, ਬੜੀ ਮੁੱਖ ਲੋੜ ਹੈ ਕਿ ਝੋਨੇ ਦਾ ਮਸ਼ੀਨੀਕਰਨ ਜਿਹੜਾ ਵਾ ਉਹ ਸਾਨੂੰ ਕਰਨਾ ਬਣਦਾ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਸ਼ੀਨਾਂ ਦੇ ਨਾਲ ਸੁਖਾਲੇ ਢੰਗ ਦੇ ਨਾਲ, ਔਰ ਬਹੁਤ ਵੱਡਾ ਖਰਚਾ ਜਿਹੜਾ ਲੇਬਰ ਦਾ ਖਰਚਾ ਜਿਹੜਾ ਹੱਥ ਦੇ ਨਾਲ ਝੋਨਾ ਲਗਾਉਂਦੇ ਆ 3.5 ਤੋਂ 4 4.5 ਹਜ਼ਾਰ ਦਾ ਖਰਚਾ ਉਹ ਬਚਾ ਸਕਦੇ ਹਾਂ, ਤੇ ਝਾੜ ਵੀ ਪੂਰਾ ਲੈ ਸਕਦੇ ਹਾਂ। ਸੋ ਬਹੁਤ ਵਧੀਆ ਜੋ ਸਾਡੇ ਕੋਲ ਤਕਨੀਕਾਂ ਨੇ ਇਹ ਉਪਲਬਧ ਹੋ ਚੁੱਕੀਆਂ ਨੇ, ਖੇਤੀ ਮਸ਼ੀਨਰੀ ਸਾਡੇ ਕੋਲ ਮੁਹੱਈਆ ਹੋ ਚੁੱਕੀ ਹੈ। ਸੋ ਇਹਨਾਂ ਦੀ ਆਉਣ ਵਾਲੇ ਸਮੇਂ 'ਤੇ ਬਹੁਤ ਵਧੀਆ ਤਰੀਕੇ ਦੇ ਨਾਲ ਅਸੀਂ ਲਾਹਾ ਲੈ ਸਕਦੇ ਹਾਂ। ਸੋ ਇਹ ਸੀਗੀ ਝੋਨੇ ਦੀ ਸਿੱਧੀ ਬਿਜਾਈ ਵਾਸਤੇ ਤੁਹਾਨੂੰ ਮੈਂ ਸਾਰਾ ਜੋ ਅੱਜ ਗੱਲਬਾਤ ਇਸ YouTube ਚੈਨਲ ਤੋਂ ਕੀਤੀ ਆ। ਤੁਹਾਨੂੰ ਇਸ ਤੋਂ ਅਗਲੀ ਜਿਹੜੀ ਮੈਂ ਵੀਡੀਓ ਪਾਵਾਂਗਾ ਉਹਦੇ ਲਈ ਅਸੀਂ ਝੋਨੇ ਦੀ ਜਿਹੜੀ ਲਵਾਈ ਹੈ, ਪੈਡੀ ਟਰਾਂਸਪਲਾਂਟਰ ਤੇ ਜਿਹੜੀ ਨਰਸਰੀ ਆ, ਮੈਟੈਬ ਨਰਸਰੀ ਜਿਵੇਂ ਤਿਆਰ ਕਰਕੇ ਕੀਤੀ ਹੈ, ਜਾਂ ਉਹਦੇ ਫੀਲਡ ਦੇ ਤਜਰਬੇ ਕਿਸਾਨਾਂ ਦੀਆਂ ਜੋ ਗੱਲਾਂ ਬਾਤਾਂ ਜਾਂ ਫਾਰਮਰ ਵਾਇਸ ਜਿਹਨੂੰ ਮੈਂ ਕਹਿ ਦਿੰਦਾ ਕਿ ਕਿਸਾਨਾਂ ਦੀ ਆਵਾਜ਼, ਕਿਸਾਨ ਕਿਵੇਂ ਉਹਨੂੰ ਮਹਿਸੂਸ ਕਰਦੇ ਰਹੇ, ਕਿਵੇਂ ਉਹਨਾਂ ਦਾ ਤਜਰਬਾ ਰਿਹਾ, ਉਹ ਤੁਹਾਨੂੰ ਸਾਰੂ ਅਗਲੀ ਵੀਡੀਓ ਦੇ ਵਿੱਚ ਵਿਖਾਵਾਂਗੇ। ਧੰਨਵਾਦ।